electrostatic potential at a point is defined as the work done in bringing a unit positive test charge from infinity to a point in the presence of a source charge, or you can say in the presence of the electric field of a source charge. And secondly, you have to keep in mind that the charge which you are bringing from infinity to that point is to bring without acceleration. So what does these concepts mean? So first of all, we will try to understand the work done. ਕੀ ਹੁੰਦਾ work done? ਇੱਥੇ ਦੇਖੀਏ ਇੱਕ ਵਾਰੀ ਦੁਬਾਰੇ ਸਮਝੀਏ, ਤੁਸੀਂ ਛੋਟੀਆਂ ਕਲਾਸਾਂ 'ਚ ਪੜ੍ਹਿਆ ਹੋਇਆ ਵਰਕ ਡਨ ਕੀ ਹੁੰਦਾ, ਕਾਰਜ ਕੀ ਹੁੰਦਾ। ਉਹਦੇ ਲਈ ਸਮਝਣ ਲਈ ਮੈਂ ਇੱਕ ਆ ਬੁੱਕ ਆ ਮੇਰੇ ਕੋਲੇ, ਇਹ ਡਸਟਰ ਹੈ, ਬੁੱਕ ਦੇ ਉੱਤੇ ਡਸਟਰ ਪਿਆ, ਇਸ ਟਾਈਮ ਇਹ ਰੈਸਟ 'ਤੇ ਆ। ਦੋਨੇ ਬੋਡੀਜ਼ ਇਕੁਲਿਬਰੀਅਮ 'ਚ ਨੇ। ਜਿੰਨੀ ਫੋਰਸ ਥੱਲੇ ਵਾਲੀ ਉੱਪਰ 'ਤੇ ਲਾਉਂਦੀ ਆ, ਉੱਪਰ ਵਾਲੀ ਥੱਲੇ 'ਤੇ ਉਨੀ ਲਾਉਂਦੀ ਆ, ਬੈਲੈਂਸਡ ਆ, ਕਿਸੇ ਪਾਸੇ ਮੂਵ ਨਹੀਂ ਕਰ ਰਹੇ ਐਜ਼ ਲੌਂਗ ਐਜ਼ ਸਪੋਰਟ ਮਿਲੀ ਹੋਈ ਆ। ਹੁਣ ਜੇਕਰ ਮੈਂ ਇਸ ਡਸਟਰ ਨੂੰ ਉੱਪਰਲੇ ਪਾਸੇ ਨੂੰ ਫੋਰਸ ਲਾਉਣਾ ਅਤੇ ਇਹ ਮੂਵ ਕਰਦਾ, ਜਿੰਨੀ ਹਾਈਟ ਉੱਪਰ ਨੂੰ ਮੂਵ ਕਰ ਗਿਆ ਓਨਾ ਇਹਦਾ ਵਰਕ ਡਨ ਸਾਡਾ ਕੈਲਕੂਲੇਟ ਹੋ ਜਾਊਗਾ, ਕਿਉਂਕਿ ਵਰਕ ਡਨ ਇਜ਼ ਐਫ ਡੋਟ ਐਸ। ਫੋਰਸ ਲੱਗੀ, ਜਿੰਨੀ ਡਿਸਪਲੇਸਮੈਂਟ ਉੱਪਰ ਨੂੰ ਹੋ ਗਈ ਓਨਾ ਵਰਕ ਡਨ ਹੋ ਗਿਆ। ਹੁਣ ਜਿੰਨਾ ਵਰਕ ਡਨ ਹੋ ਗਿਆ ਉਹ ਕਿੱਥੇ ਗਿਆ? ਉਹ ਵਰਕ ਡਨ ਇਸੇ ਬੋਡੀ ਦੇ ਵਿੱਚ, ਜਿਹੜੀ ਮੇਰੇ ਹੱਥ ਦੇ ਵਿੱਚ ਆ, ਇਹਦੇ ਵਿੱਚ ਹੀ ਸਟੋਰ ਹੋ ਜਾਂਦਾ ਇਨ ਦੀ ਫੋਰਮ ਆਫ ਇਟਸ ਐਨਰਜੀ। ਕਿਹੜੀ ਐਨਰਜੀ? ਕਿਉਂਕਿ ਇਹਦੀ ਪੋਜੀਸ਼ਨ ਡਿਸਪਲੇਸ ਹੋਈ ਆ, ਪੋਜੀਸ਼ਨ ਉੱਪਰ ਨੂੰ ਹੋਈ ਆ, ਤਾਂ ਐਨਰਜੀ ਡਿਊ ਟੂ ਦੀ ਪੋਜੀਸ਼ਨ ਆਫ ਏ ਬੋਡੀ ਇਸ ਦੀ ਪੋਟੈਂਸ਼ੀਅਲ ਐਨਰਜੀ। ਸੋ ਇਸ ਡਸਟਰ ਦੀ ਪੋਟੈਂਸ਼ੀਅਲ ਐਨਰਜੀ ਬਣ ਗਈ ਕੌਣ? ਜਿਹੜਾ ਵਰਕ ਡਨ ਇਹਦੇ ਉੱਤੇ ਕੀਤਾ ਗਿਆ ਐਕਸਟਰਨਲ ਫੋਰਸ ਦੁਆਰਾ। ਐਕਸਟਰਨਲ ਫੋਰਸ ਮੈਂ ਲਾਈ ਇਹਦੇ ਉੱਤੇ ਉੱਪਰ ਨੂੰ। ਹੁਣ ਉਹੀ ਐਨਰਜੀ ਇਹਦੀ ਪੋਟੈਂਸ਼ੀਅਲ ਐਨਰਜੀ ਆ ਜਿੰਨੀ ਦੇਰ ਇਹ ਇਸ ਹਾਈਟ ਦੇ ਉੱਤੇ ਆ। ਇੱਥੋਂ ਜੇਕਰ ਇਸ ਬੋਡੀ ਨੂੰ ਛੱਡਿਆ ਜਾਂਦਾ ਤਾਂ ਫਸਟ ਆਫ ਆਲ ਕੀ ਹੁੰਦਾ? ਇਹਦੀ ਪੋਟੈਂਸ਼ੀਅਲ ਐਨਰਜੀ ਕਨਵਰਟ ਹੁੰਦੀ ਆ ਕਿਨੈਟਿਕ ਦੇ ਵਿੱਚ, ਅਤੇ ਪੋਟੈਂਸ਼ੀਅਲ ਐਨਰਜੀ ਲੂਜ਼ ਹੋਈ ਜਾਂਦੀ ਆ ਜਿਉਂ ਜਿਉਂ ਥੱਲੇ ਨੂੰ ਜਾਂਦੀ ਆ। ਦੇਖੋ ਹੁਣ ਇੱਥੋਂ ਲੈ ਕੇ ਇੱਥੇ ਤੱਕ ਜਦੋਂ ਇਹ ਆਇਆ, ਪੋਟੈਂਸ਼ੀਅਲ ਐਨਰਜੀ ਕਨਵਰਟ ਹੋਈ ਕਿਨੈਟਿਕ ਦੇ ਵਿੱਚ, ਬਟ ਦੀ ਸਮ ਆਫ ਦੀ ਬੋਥ ਕਿਨੈਟਿਕ ਐਂਡ ਪੋਟੈਂਸ਼ੀਅਲ ਵਿਲ ਰਿਮੇਨ ਸੇਮ ਥਰੂ ਆਊਟ ਦੀ ਟ੍ਰੈਜੈਕਟਰੀ। ਅਤੇ ਇਹ ਬੋਡੀ ਆਪਣੀ ਐਨਰਜੀ ਨੂੰ ਲੂਜ਼ ਕਰਕੇ ਫਿਰ ਉਸੇ ਪੋਜੀਸ਼ਨ 'ਤੇ ਆ ਗਈ। ਹੁਣ ਐਨਰਜੀ ਗਈ ਕਿੱਥੇ? ਜਦੋਂ ਇਸ ਬੋਡੀ ਨੇ ਨੀਚੇ ਵਾਲੀ ਬੋਡੀ 'ਤੇ ਟੱਚ ਕੀਤਾ ਤਾਂ ਕੀ ਹੋਇਆ? ਇੱਕ ਤਾਂ ਇਸ ਨੂੰ ਸ਼ੌਕ ਮਿਲਿਆ, ਪੁਸ਼ ਮਿਲਿਆ, ਸਟਰੈਸ ਮਿਲੀ। ਸੈਕਿੰਡਲੀ ਯੂ ਮੇ ਹੈਵ ਹਰਡ ਏ ਸਾਊਂਡ ਆਲਸੋ। ਦੁਬਾਰੇ ਕਰਕੇ ਦੇਖੋ, ਜਿਹੜੀ ਸਾਊਂਡ ਆ ਇਟ ਇਜ਼ ਆਲਸੋ ਐਨਰਜੀ। ਫਿਰ ਸ਼ੌਕ ਦੇ ਨਾਲ ਹੀਟ ਵੀ ਪੈਦਾ ਹੋਈ ਹੋਏਗੀ, ਇਨਫਾਈਨਾਈਟੈਸੀਮਲੀ ਸਮੋਲ ਇਟ ਮੇ ਬੀ। ਸੋ ਇਸ ਤਰ੍ਹਾਂ ਜਿਹੜਾ ਅਸੀਂ ਵਰਕ ਕੀਤਾ ਸੀ ਇਸ ਬੋਡੀ 'ਤੇ ਉੱਪਰ ਨੂੰ ਲੈ ਕੇ ਜਾਣ ਲਈ, ਉਹ ਵਰਕ ਇਹਦੇ ਵਿੱਚ ਹੀ ਸਟੋਰ ਹੋਇਆ ਇਨ ਦੀ ਫੋਰਮ ਆਫ ਇਟਸ ਐਨਰਜੀ। ਅਤੇ ਜਦੋਂ ਇਹਨੂੰ ਅਸੀਂ ਛੱਡਤਾ ਤਾਂ ਉਹੀ ਐਨਰਜੀ ਦੁਬਾਰੇ ਰਿਲੀਜ਼ ਹੋ ਗਈ। ਮਤਲਬ ਐਨਰਜੀ ਨੂੰ ਕਨਵਰਟ ਹੋ ਗਈ, ਇੱਕ ਫੋਰਮ ਤੋਂ ਦੂਸਰੀ ਫੋਰਮ ਦੇ ਵਿੱਚ ਕਨਵਰਟ ਹੋ ਗਈ। ਇਹਨੂੰ ਹੀ ਅਸੀਂ ਕਹਿੰਦੇ ਹਾਂ ਐਨਰਜੀ। ਵਰਕ ਡਨ ਕਨਵਰਟ ਹੋ ਗਿਆ ਐਨਰਜੀ ਦੇ ਵਿੱਚ। ਸੋ ਵਰਕ ਡਨ ਕੀ ਸੀਗਾ? W = F ਡੋਟ S। ਜਿੰਨੀ ਅਸੀਂ ਫੋਰਸ ਲਗਾਈ, ਜਿੰਨਾ ਡਿਸਪਲੇਸਮੈਂਟ ਹੋ ਗਿਆ, ਤਾਂ ਉਹ ਸਾਡਾ ਵਰਕ ਡਨ ਹੁੰਦਾ। ਅਤੇ ਵਰਕ ਡਨ ਜਾਂਦਾ ਕਿੱਥੇ ਆ? ਉਸੇ ਬੋਡੀ ਸਟੋਰ ਹੋ ਜਾਂਦਾ ਇਨ ਦੀ ਫੋਰਮ ਆਫ ਇਟਸ ਐਨਰਜੀ। ਹੁਣ ਪੜ੍ਹਨਾ ਤਾਂ ਅਸੀਂ ਇਲੈਕਟ੍ਰਿਕ ਪੋਟੈਂਸ਼ੀਅਲ ਆ, ਅਤੇ ਪੜ੍ਹੀ ਜਾਂਦੇ ਵਰਕ ਡਨ। ਕਿਉਂ? ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ, ਕਿਉਂਕਿ ਪੋਟੈਂਸ਼ੀਅਲ ਦੀ ਡੈਫੀਨੇਸ਼ਨ ਹੀ ਇਹ ਆ, ਇਟ ਇਜ਼ ਦੀ ਵਰਕ ਡਨ ਇਨ ਬ੍ਰਿੰਗਿੰਗ ਏ ਯੂਨਿਟ ਪੋਜ਼ੀਟਿਵ ਟੈਸਟ ਚਾਰਜ ਫਰੋਮ ਇਨਫਿਨਿਟੀ ਟੂ ਦੈਟ ਪੁਆਇੰਟ। ਹੁਣ ਇੱਥੇ ਦੋ ਤਿੰਨ ਗੱਲਾਂ ਹੋਰ ਵਿੱਚ ਆ ਗਈਆਂ, ਇਨਫਿਨਿਟੀ ਆ ਗਈ, ਪੁਆਇੰਟ ਆ ਗਿਆ। ਤਾਂ ਇਸੇ ਚੀਜ਼ ਨੂੰ ਹੁਣ ਅਸੀਂ ਲੈ ਕੇ ਆਉਂਦੇ ਹਾਂ ਚਾਰਜਸ 'ਤੇ। ਹੌਲੀ ਹੌਲੀ ਪੋਟੈਂਸ਼ੀਅਲ 'ਤੇ ਆਵਾਂਗੇ। ਬੇਸਿਕ ਚੀਜ਼ ਤੋਂ ਸ਼ੁਰੂ ਕਰ ਲਿਆ, ਪੋਟੈਂਸ਼ੀਅਲ 'ਤੇ ਆਵਾਂਗੇ। ਸੋ ਪੋਟੈਂਸ਼ੀਅਲ 'ਤੇ ਆਉਣ ਲਈ ਅਸੀਂ ਇੱਕ ਚਾਰਜ ਕੰਸੀਡਰ ਕਰ ਲਿਆ, ਪੋਜ਼ੀਟਿਵ ਚਾਰਜ Q। ਇਹਦੇ ਆਲੇ ਦੁਆਲੇ ਇਲੈਕਟ੍ਰਿਕ ਫੀਲਡ ਹੋਏਗਾ। ਜਿੱਥੇ ਤੱਕ ਵੀ ਇਹਦਾ ਇਲੈਕਟ੍ਰਿਕ ਫੀਲਡ ਹੋਏਗਾ ਉੱਥੇ ਤੱਕ ਇਹ ਦੂਸਰੇ ਕਿਸੇ ਵੀ ਚਾਰਜ ਦੇ ਉੱਤੇ
फोर्स ला सकता है। वो फोर्स जे अट्रैक्टिव होवेगी जेकर वो दूजा चार्ज नैगेटिव होएगा, पर जे वो पॉजिटिव होएगा तो रिपल्सिव होएगी। मीनस जेकर असी एक टेस्ट चार्ज प्लस क्यू समॉल छोटा जिहा टेस्ट चार्ज किसी पॉइंट, जिहड़े पॉइंट का नाम मैं रख लेना आर पॉइंट तो इनू मैं चक के लैके आउणा कित्थे, इत्थे एक पॉइंट आ पी ते चक के लियाउणा जी। हुण जे ध्यान नाल देखो, आह वाला चार्ज पॉजिटिव आ भी पॉजिटिव आ, दरअसल इनू की महसूस होएगा, रिपल्सिव फोर्स महसूस होएगी, इनू परले पासे नू फोर्स लगेगी। पर असी इनू चक के डेलीबरेटली धक्के नाल कह लो, पंजाबी का शब्द आ, असी इनू पी ते लैके आउणा जी। की करना पएगा सानू, इस चार्ज दी जो इलैक्ट्रोस्टैटिक फोर्स है FE ਉਹਦੇ अगेंस्ट इस चार्ज के उत्ते फोर्स लाउणी पएगी इधरले पासे नू F एक्सटर्नल, सो एज टू डू ए वर्क ऑन दिस चार्ज। जिवें आपां इत्थे डस्टर के उत्ते वर्क करके इहनूं उपर नूं लै गए सी, इहदी एनर्जी इहदे विच आ गई सी, उस तरीके नाल जदों हुण इस चार्ज के उत्ते वर्क करांगे, इहनूं इधर लैके आवांगे तां इहदे विच की आ जाएगा, एनर्जी आ जाएगी, इलैक्ट्रोस्टैटिक पोटैंशियल एनर्जी। हुण जदों आर पॉइंट तो लैके पी पॉइंट ते पहुंचे तां इलैक्ट्रोस्टैटिक पोटैंशियल एनर्जी आर पॉइंट दी ते पी पॉइंट दी, इत्थे भी कोई एनर्जी होएगी, क्योंकि इत्थे जे कहा देखा जाए तो इत्थे भी रिपल्शन मिलती सी, इत्थे भी रिपल्शन मिलती है, दोनों पॉइंट्स ते एनर्जी आ। ते इत्थे क्योंकि डिस्टेंस इत्थे ज़्यादा आ, इस करके इत्थे एनर्जी घट होएगी, ज्यों ज्यों नेड़े लैके आउणे आ काम ज़्यादा करना पै रहा, इस करके इस पॉइंट ते एनर्जी ज़्यादा होएगी। हुण ये देखिए भी जिहड़ा एनर्जी है साडी आर पॉइंट तो पी, वो असीं किवें कढी, असीं कीता तां वर्क डन। सो वर्क डन कीता W, ये बराबर किहदे आऊगा जी, F.S, आही साडा फॉर्मूला है। हुण डिस्टेंस साडा जिहड़ा इत्थे मूव कीता, सपोज कर लीए आर पॉइंट तो लैके जदों पी तक लैके आ रहे सी तां इत्थे विचाले किते दो छोटे जिहे पॉइंट कंसिडर कर लीए, जिहदा मैं डिस्टेंस DR मान लेना, तो फोर्स मेरी इधर नूं एक्सटर्नल लग रही आ, दैन इत्थे मैं वैल्यूज़ पुट करदा, क्योंकि इन्ने क काम वास्ते मैंने छोटा काम करना पऊगा। टोटल WRP आ जिहड़ा, वो मेरी टोटल फोर्स होगी, ये मैं इत्थे तक जिन्नी टोटल होगी वो लिखूँगा। पर जे मैं आ छोटे वास्ते वर्क डन लिखना, दैन आई कैन राइट DW विच विल बी इक्वल टू F एक्सटर्नल डॉट DR। इत्थों तो इत्थे तक लैके आउण लई छोटे डिस्टेंस के लिए DR मेरा डिस्टेंस आ, उहदे लई वर्क भी छोटा ही होगा, इस करके DW वर्क मैं लिख लिया। हुण जेकर असी सारा वर्क डन कढ़ना होवे, फिर असी की करांगे, W इक्वल टू DW दा इंटैगरल कित्थों तो लैके R तो लैके P तक। सो किहदे बराबर आ गया, इंटैगरल फ्रॉम R टू P, DW की वैल्यू पुट कर दिए F एक्सटर्नल डॉट DR। सो दिस रिलेशन will give us the work done by the external force which will be stored in this charge in the form of its energy। तो जेड़ा वर्क डन सोर्स चार्ज करेगा ये उत्ते, क्योंकि जे आप इत्थे आके इहनूं छड्डदे आ तां ये भी रिपल्सिव फोर्स इह ते लाउंदा, वो इस वर्क दे उल्ट होएगा। सो दैट वर्क डन विल बी माइनस ऑफ F इलैक्ट्रिक फील्ड डॉट DR। सो ये हो नैगेटिव के बराबर हो जाएगा। सो इत्थे असी एक्सटर्नल फोर्स लिखी आ, इत्थे इलैक्ट्रोस्टैटिक फोर्स लिखी आ इस चार्ज की। सो ये दोनों फोर्स एक दूसरे के उल्ट होणगियां, मतलब F एक्सटर्नल आ जिहड़ी वो इधर नूं होएगी, तो जिहड़ी F इलैक्ट्रोस्टैटिक होएगी वो इधरले पासे नूं होएगी। सो दोनों फोर्सेस
ਇੱਕ ਦੂਜੇ ਦੇ ਬਰਾਬਰ ਹੋਣਗੀਆਂ ਜਿੰਨੀ ਦੇਰ ਅਸੀਂ ਇਹਨੂੰ ਲੈ ਕੇ ਆਉਨੇ ਆ। ਹੁਣ ਜਿਹੜੀ ਆਪਾਂ ਡੈਫੀਨੇਸ਼ਨ ਦੇ ਵਿੱਚ ਗੱਲ ਕੀਤੀ ਸੀ ਵਿਦਾਊਟ ਐਕਸਲਰੇਸ਼ਨ ਲੈ ਕੇ ਆਉਣਾ ਚਾਰਜ, ਵਿਦਾਊਟ ਐਕਸਲਰੇਸ਼ਨ ਲੈ ਕੇ ਆਉਣ ਦਾ ਕੀ ਮਤਲਬ ਆ? ਪਹਿਲੀ ਗੱਲ ਇਹ ਆ ਵੀ ਜਿਹੜਾ ਇਹ ਯੂਨਿਟ ਪੋਜ਼ਿਟਿਵ ਟੈਸਟ ਚਾਰਜ ਆ ਇਹਦੀ ਵੈਲਿਊ ਆਫ ਚਾਰਜ ਬਹੁਤ ਜ਼ਿਆਦਾ ਥੋੜ੍ਹੀ ਆ, ਇੰਨੀ ਕੁ ਥੋੜ੍ਹੀ ਆ ਵੀ ਇਹ ਇਸ ਚਾਰਜ ਦੇ ਇਲੈਕਟ੍ਰਿਕ ਫੀਲਡ ਨੂੰ ਡਿਸਟਰਬ ਨਹੀਂ ਕਰਦਾ, ਉਹਨੂੰ ਬਿਲਕੁਲ ਵੀ ਚੇਂਜ ਨਹੀਂ ਕਰਦਾ। ਦੂਜੀ ਗੱਲ, ਜਿੰਨੀ ਫੋਰਸ ਐਕਸਟਰਨਲ ਅਸੀਂ ਲਾਉਨੇ ਆ ਉਹ ਕਿੰਨੀ ਲਾਉਣੀ ਆ? ਇੰਨੀ ਕੁ ਲਾਉਣੀ ਆ ਵੀ ਇਟ ਵਿਲ ਬੀ ਜਸਟ ਇਕੁਅਲ ਟੂ ਦੀ ਇਲੈਕਟ੍ਰੋਸਟੈਟਿਕ ਫੋਰਸ। ਇਲੈਕਟ੍ਰੋਸਟੈਟਿਕ ਫੋਰਸ ਇਸ ਚਾਰਜ ਦੀ ਤੇ ਐਕਸਟਰਨਲ ਫੋਰਸ ਜਿਹੜੀ ਇਸ ਚਾਰਜ ਉੱਤੇ ਲਗਾਈ ਜਾ ਰਹੀ ਆ ਇਹਨੂੰ ਨੇੜੇ ਲੈ ਕੇ ਆਉਣ ਲਈ। ਸੋ ਦੋਨੇ ਫੋਰਸਿਸ ਇੰਨੀਆਂ ਕੁ ਜ਼ਿਆਦਾ ਇੱਕ ਦੂਸਰੇ ਦੇ ਕਲੋਜ਼ਲੀ ਵੈਲਿਊਡ ਹੋਣਗੀਆਂ, ਇੱਕ ਦੂਜੇ ਦੇ ਬਰਾਬਰ ਹੋਣਗੀਆਂ ਵੀ ਇਹਦੇ ਉੱਤੇ ਚਾਰਜ ਦੇ ਉੱਤੇ ਨੈਟ ਫੋਰਸ ਆ ਜਿਹੜੀ, ਕਿਉਂਕਿ ਦੋਨੇ ਵੈਕਟਰ ਇੱਕ ਦੂਜੇ ਦੇ ਆਪੋਜ਼ਿਟ ਹੋ ਗਏ ਨਾ, ਇੱਕ ਐਕਸਟਰਨਲ ਇੱਧਰ ਨੂੰ ਇਲੈਕਟ੍ਰੋਸਟੈਟਿਕ ਇੱਧਰ ਨੂੰ, ਤੇ ਨੈਟ ਫੋਰਸ ਆ ਜਿਹੜੀ ਉਹ ਨੀਅਰਲੀ ਇਕੁਅਲ ਟੂ 0 ਹੋਵੇ। ਇਸ ਲਈ ਅਸੀਂ ਇਹਨੂੰ ਕਿਹਾ ਵੀ ਵਿਦਾਊਟ ਐਕਸਲਰੇਸ਼ਨ। ਜੇ ਨੈਟ ਫੋਰਸ 0 ਆ ਤਾਂ ਐਕਸਲਰੇਸ਼ਨ ਨਹੀਂ ਹੋਏਗੀ। ਸੋ ਇੰਨੀ ਹੌਲੀ ਹੌਲੀ ਸਲੋਲੀ ਇਹਨੂੰ ਲੈ ਕੇ ਆਉਣਾ ਸੋ ਦੈਟ ਇਟ ਵਿਲ ਨਾਟ ਐਕਸਲਰੇਟ, ਸੋ ਦੈਟ ਦੀ ਨੈਟ ਫੋਰਸ ਔਨ ਦੀ ਚਾਰਜ ਵਿਲ ਬੀ ਨੀਅਰਲੀ 0। ਜਿਹੜੀ ਇਹ એનર્ਜੀ ਦਾ ਡਿਫਰੈਂਸ ਆ ਦੋਨਾਂ ਪੁਆਇੰਟਸ ਦੇ ਵਿੱਚ, ਇਹਨੂੰ ਅਸੀਂ ਕਹਿ ਦਿੰਦੇ ਆ ਡੈਲਟਾ ਯੂ। ਯੂ ਇਜ਼ ਦੀ ਸਿੰਬਲ ਫਾਰ એનર્ਜੀ ਐਂਡ ਡੈਲਟਾ ਯੂ ਇਜ਼ ਦੀ ਸਿੰਬਲ ਫਾਰ ਚੇਂਜ ਇਨ એનર્ਜੀ। ਇਸ ਪੁਆਇੰਟ ਤੋਂ ਲੈ ਕੇ ਆਰ ਪੁਆਇੰਟ ਤੇ ਵੀ ਕੁਛ એનર્ਜੀ ਆ, ਪੀ ਤੇ ਵੀ ਕੁਛ એનર્ਜੀ ਆ। ਆਰ ਦੇ ਉੱਤੇ ਥੋੜੀ ਜਿਹੀ ਘੱਟ ਹੋਏਗੀ, ਪੀ ਤੇ ਜ਼ਿਆਦਾ ਹੋਏਗੀ, ਬਿਕੋਜ਼ ਆਰ ਦੇ ਨਾਲੋਂ ਪੀ ਪੁਆਇੰਟ ਤੱਕ ਲੈ ਕੇ ਆਉਣ ਲਈ ਵਰਕ ਡਨ ਜ਼ਿਆਦਾ ਕਰਨਾ ਪਿਆ। ਸੋ ਇਟ ਵਿਲ ਬੀ ਇਕੁਅਲ ਟੂ ਯੂ ਪੀ ਮਾਈਨਸ ਯੂ ਆਰ। ਸੋ ਦਿਸ ਇਜ਼ ਨੋਨ ਐਜ਼ ਦੀ ਇਲੈਕਟ੍ਰਿਕ potential energy difference ਕਾਹਦੇ ਵਿੱਚ? ਬਿਟਵੀਨ ਟੂ ਪੁਆਇੰਟਸ ਆਰ ਤੇ ਪੀ ਦੇ ਵਿੱਚ ਜਿਹੜਾ એનર્ਜੀ ਦਾ ਡਿਫਰੈਂਸ ਹੋਏਗਾ ਉਹ ਕੀ ਹੋਏਗਾ? ਯੂਪੀ ਮਾਈਨਸ ਯੂ ਆਰ। ਹੁਣ ਆਪਾਂ ਇਹ ਗੱਲ ਕਰੀਏ ਵੀ ਆਪਾਂ ਇਨਫਿਨਿਟੀ ਪੁਆਇੰਟ ਨੂੰ ਹੀ ਕਿਉਂ ਚੂਜ਼ ਕੀਤਾ? ਵਾਈ ਵੀ ਹੈਵ ਚੂਜ਼ਨ ਦੀ ਪੁਆਇੰਟ ਇਨਫਿਨਿਟੀ ਟੂ ਪੀ in the definition of electrostatic potential. I am again repeating, electrostatic potential ਕੀ ਸੀਗਾ? At a point it is defined as the work done in bringing a unit positive test charge from infinity to that point in the electrostatic field of a source charge without acceleration. So ਹੁਣ infinity ਤੋਂ ਕਿਉਂ? ਆਮ ਤੌਰ ਤੇ ਇਨਫਿਨਿਟੀ ਇਸ ਕਰਕੇ ਚੂਜ਼ ਕੀਤਾ ਜਾਂਦਾ ਬਿਕੋਜ਼ એનર્ਜੀ ਆਫ ਏ ਸਿਸਟਮ, ਐਕਚੁਅਲੀ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ એનર્ਜੀ, ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ એનર્ਜੀ ਆ ਜੋ ਆਫ ਏ ਸਿਸਟਮ ਇਜ਼ ਟੇਕਨ ਐਜ਼ 0 ਐਟ ਇਨਫਿਨਿਟੀ। ਇਨਫਿਨਿਟੀ ਦੇ ਉੱਤੇ ਦੀ ਪੋਟੈਂਸ਼ੀਅਲ એનર્ਜੀ 0 ਹੁੰਦੀ ਆ, 0 ਮੰਨੀ ਜਾਂਦੀ ਆ। ਇਹ ਆਪਾਂ ਅਗਲੇ ਆਰਟੀਕਲਸ ਦੇ ਵਿੱਚ ਡਰਾਈਵ ਵੀ ਕਰਾਂਗੇ ਵੀ ਜਦੋਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿੰਦਾ। ਜਿਹੜੀ ਪੋਟੈਂਸ਼ੀਅਲ એનર્ਜੀ ਦਾ ਫਾਰਮੂਲਾ ਹੁੰਦਾ ਸਾਡੇ ਕੋਲੇ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ એનર્ਜੀ ਦਾ, ਉਹ ਹੁੰਦਾ ਸਾਡੇ ਕੋਲੇ 1/4πε0 Q/r। ਹੁਣ ਜੇਕਰ r ਦੀ ਵੈਲਿਊ ਇਨਫਾਈਨਾਈਟ ਹੋ ਜਾਏਗੀ, r ਮਤਲਬ ਡਿਸਟੈਂਸ ਫਰੋਮ ਦੀ ਸੋਰਸ ਚਾਰਜ, ਸੋਰਸ ਚਾਰਜ ਸਾਡੇ ਕੋਲ ਆਹ ਵਾਲਾ ਆ, ਟੈਸਟ ਚਾਰਜ ਸਾਡੇ ਕੋਲ ਆਹ। ਜੇਕਰ r ਦੀ ਵੈਲਿਊ ਸਾਡੇ ਕੋਲ ਇਨਫਿਨਿਟੀ ਹੋ ਜਾਏਗੀ ਤਾਂ u ਦੀ ਵੈਲਿਊ ਕਿੰਨੀ ਹੋ ਜਾਏਗੀ? 0। ਸੋ ਜੇਕਰ ਸਾਡੀ u ਦੀ ਵੈਲਿਊ 0 ਆ ਤਾਂ ਫਿਰ ਸਾਡੇ ਕੋਲ ਡੈਲਟਾ u ਜੋ ਹੈ ਉਹ ਬਣ ਗਿਆ UP minus U infinity and delta U will be equal to UP. So this will be the electrostatic energy, electrostatic potential energy of point P. ਹਜੇ ਅਸੀਂ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਤੇ ਨਹੀਂ ਪਹੁੰਚੇ, ਹਜੇ ਅਸੀਂ એનર્ਜੀ ਦੀ ਹੀ ਗੱਲ ਕਰ ਰਹੇ ਹਾਂ। ਜਿਹੜਾ ਅਸੀਂ ਵਰਕ ਡਨ ਚਾਰਜ ਤੇ ਕੀਤਾ, ਜੇ ਤਾਂ R ਤੋਂ ਲੈ ਕੇ P ਤੱਕ ਲੈ ਕੇ ਆਏ ਤਾਂ this will be the difference of electrostatic potential energy between these two points.
ਹੁਣ जेकर ਅਸੀਂ ਇਨਫਿਨਿਟੀ ਤੋਂ ਲੈ ਕੇ ਆਉਨੇ ਆ ਫਿਰ it will be the electrostatic potential energy of point P। ਹੁਣ ਅਸੀਂ ਡਿਫਾਈਨ ਕਰਾਂਗੇ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਐਟ ਏ ਪੁਆਇੰਟ। ਹੁਣ ਅਸੀਂ ਇਹ ਦੇਖ ਲਿਆ ਵੀ ਜਿਹੜਾ W ਆ ਸਾਡਾ, W ਕਿਹਦੇ ਬਰਾਬਰ ਆਉਂਦਾ? W ਬਰਾਬਰ ਆਉਂਦਾ ਸਾਡਾ એનર્ਜੀ ਦੇ। ਉਹੀ ਵਰਕ ਡਨ ਸਟੋਰ ਹੁੰਦਾ ਇਨ ਦੀ ਫਾਰਮ ਆਫ એનર્ਜੀ ਇਨ ਦਿਸ ਚਾਰਜ। ਹੁਣ ਜਿੰਨੀ એનર્ਜੀ ਇਹਦੇ ਵਿੱਚ ਸਟੋਰ ਹੋ ਗਈ ਉਹ ਇਹਦਾ ਵਰਕ ਡਨ ਸੀਗਾ ਜਿਹੜਾ ਆਪਾਂ ਇਹਦੇ ਉੱਤੇ ਕੀਤਾ। ਜੇ ਇਨਫਿਨਿਟੀ ਤੋਂ ਲੈ ਕੇ ਆਏ ਤਾਂ ਆ ਬਣ ਗਿਆ, ਜੇ R ਤੋਂ ਲੈ ਕੇ ਆਏ P ਤੱਕ ਫਿਰ ਸਾਡਾ ਆਹ ਵਾਲਾ ਬਣ ਗਿਆ। ਇਹਦਾ ਮਤਲਬ ਇਹ ਹੋਇਆ ਵੀ ਜੇਕਰ ਅਸੀਂ UP ਮਾਈਨਸ UR ਦੇ ਪਰ ਯੂਨਿਟ ਟੈਸਟ ਚਾਰਜ ਕਰ ਦਈਏ ਤਾਂ ਦਿਸ ਵਿਲ ਬੀ ਮਾਈ VP ਮਾਈਨਸ VR। ਹੁਣ ਇਹ ਕੀ ਆ? ਦਿਸ ਇਜ਼ ਦੀ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਡਿਫਰੈਂਸ between two points, electrostatic potential difference between two points. It is not the electrostatic potential at a point, it is the electrostatic potential difference between two points। ਜਦੋਂ ਅਸੀਂ ਪਰ ਯੂਨਿਟ ਟੈਸਟ ਚਾਰਜ ਲੈ ਕੇ ਆਉਨੇ ਆ, what will be the electrostatic potential difference at a point? It is the work done in bringing a unit positive test charge from one point to another per unit test charge। so work done in bringing a test charge ਜਿਹੜਾ ਜਾਂ ਇਹ ਕਹਿ ਲਓ ਬਈ VP ਮਾਈਨਸ VR ਬਰਾਬਰ ਕਿਹਦੇ ਹੋਏਗਾ? WRP ਡਿਵਾਈਡਡ ਬਾਏ Q। ਸੋ ਜਿਹੜਾ WRP ਆ ਵਰਕ ਡਨ R ਤੋਂ ਲੈ ਕੇ P ਤੱਕ ਹੋਇਆ ਕਿਹਦੇ ਬਰਾਬਰ ਆਇਆ? UP ਮਾਈਨਸ UR ਦੇ। ਤਾਂ ਪਰ ਯੂਨਿਟ ਟੈਸਟ ਚਾਰਜ ਜਦੋਂ ਕਰ ਦਈਏ ਤਾਂ ਦਿਸ ਇਜ਼ ਦੀ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਡਿਫਰੈਂਸ। ਪਰ ਜੇ ਸਾਡਾ ਪੁਆਇੰਟ R ਇਨਫਿਨਿਟੀ ਤੇ ਪਿਆ ਫਿਰ VP ਮਾਈਨਸ V ਇਨਫਿਨਿਟੀ ਇਹ ਬਰਾਬਰ ਕਿਹਦੇ ਹੋ ਗਿਆ? W ਇਨਫਿਨਿਟੀ P ਡਿਵਾਈਡਡ ਬਾਏ Q। ਸੋ ਦਿਸ ਵਿਲ ਬੀ ਮਾਈ VP ਕਿਉਂਕਿ V ਇਨਫਿਨਿਟੀ ਜੋ ਹੈ ਇਹ ਕੀ ਬਣਿਆ? 0। ਪੋਟੈਂਸ਼ੀਅਲ ਐਟ ਇਨਫਿਨਿਟੀ ਇਜ਼ 0। W ਇਨਫਿਨਿਟੀ P upon Q। ਸੋ ਇਹਨੂੰ ਮੈਂ ਲਿਖ ਸਕਦਾ UP upon Q ਬਿਕੋਜ਼ U at R is 0। ਸੋ ਇਹ ਅਸੀਂ ਪੜ੍ਹ ਚੁੱਕੇ ਹਾਂ। ਸੋ ਡੈਲਟਾ U ਵੀ ਕਿਹਦੇ ਬਰਾਬਰ ਆ ਗਿਆ? UP ਦੇ। ਸੋ ਇਸ ਕਰਕੇ VP is ਡੈਲਟਾ U upon Q। ਸੋ ਇਹ ਆ ਸਾਡਾ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਐਟ ਏ ਪੁਆਇੰਟ। એનર્ਜੀ 'ਚ ਤੁਸੀਂ ਲਿਖ ਸਕਦੇ ਹੋ ਚਾਹੇ ਤੁਸੀਂ ਵਰਕ ਡਨ 'ਚ ਲਿਖ ਸਕਦੇ ਹੋ। ਹੁਣ ਅਸੀਂ ਇਹਦਾ ਐਕਸਪ੍ਰੈਸ਼ਨ ਡਰਾਈਵ ਕਰਾਂਗੇ ਵੀ ਜੇਕਰ ਅਸੀਂ ਇੱਕ ਪੁਆਇੰਟ ਦੇ ਉੱਤੇ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਕੱਢਣਾ ਹੋਵੇ। ਪੋਟੈਂਸ਼ੀਅਲ ਦੀ ਡੈਫੀਨੇਸ਼ਨ ਹੁਣ ਕਲੀਅਰ ਹੋ ਗਈ ਹੋਊਗੀ ਤੁਹਾਨੂੰ। ਇਟ ਇਜ਼ ਦੀ ਵਰਕ ਡਨ ਇਨ ਬ੍ਰਿੰਗਿੰਗ ਏ ਯੂਨਿਟ ਪੋਜ਼ਿਟਿਵ ਟੈਸਟ ਚਾਰਜ ਫਰੋਮ ਇਨਫਿਨਿਟੀ ਟੂ ਐਨੀ ਪੁਆਇੰਟ P in the presence of the electrostatic field of a source charge, but you have to bring the charge without acceleration। ਆਓ ਹੁਣ ਦੇਖੀਏ ਕਿਸੇ ਪੁਆਇੰਟ ਦੇ ਉੱਤੇ ਇਲੈਕਟ੍ਰਿਕ ਪੋਟੈਂਸ਼ੀਅਲ ਦੀ ਡੈਰੀਵੇਸ਼ਨ ਕਿਵੇਂ ਕਰਨੀ ਹੈ। ਦਿਮਾਗ 'ਚ ਇਹ ਰੱਖਣਾ ਵੀ ਇਲੈਕਟ੍ਰਿਕ ਸਟੈਟਿਕ ਪੋਟੈਂਸ਼ੀਅਲ ਜੋ ਹੈ ਇਟ ਇਜ਼ ਦੀ ਵਰਕ ਡਨ। ਤੋ ਵਰਕ ਡਨ ਜਦੋਂ ਤੁਸੀਂ ਯਾਦ ਰੱਖੋਗੇ ਤਾਂ ਤੁਹਾਡੇ ਦਿਮਾਗ 'ਚ ਆਉਣਾ ਚਾਹੀਦਾ F.S। ਸੋ ਇਟ ਇਜ਼ ਦੀ ਵਰਕ ਡਨ ਇਨ ਬ੍ਰਿੰਗਿੰਗ ਏ ਯੂਨਿਟ ਪੋਜ਼ਿਟਿਵ ਟੈਸਟ ਚਾਰਜ from infinity to that point where we are going to find the electrostatic potential। ਇਨਫਿਨਿਟੀ ਤੋਂ ਚੱਕ ਕੇ ਲਿਆਏ ਕਿਹਨੂੰ? ਟੈਸਟ ਚਾਰਜ Q ਨੂੰ। ਪੋਜ਼ਿਟਿਵ ਟੈਸਟ ਚਾਰਜ ਇੱਧਰ ਨੂੰ ਲੈ ਕੇ ਆਏ। ਵਰਕ ਕਰਨਾ ਪਿਆ। ਕਿਉਂ ਕਰਨਾ ਪਿਆ? ਕਿਉਂਕਿ ਇਹ ਫੋਰਸ ਫੀਲ ਕਰਦਾ ਸੀ ਇਹਦੀ ਰਿਪਲਸਿਵ ਫੋਰਸ ਇਹ 'ਤੇ ਲੱਗਦੀ ਉੱਧਰ ਨੂੰ ਸੀ ਪਰ ਅਸੀਂ ਚੱਕ ਕੇ ਇਹਨੂੰ ਲੈ ਕੇ ਆਏ। ਰਸਤੇ ਦੇ ਵਿੱਚ ਸਪੋਜ਼ ਕਰ ਲਓ ਇੱਥੋਂ ਤੋਂ ਲੈ ਕੇ ਇੱਥੇ ਤੱਕ ਜਦੋਂ ਇੰਨਾ ਡਿਸਟੈਂਸ ਮੂਵ ਕੀਤਾ, ਇਹ ਬੜਾ ਛੋਟਾ ਜਿਹਾ ਡਿਸਟੈਂਸ ਹੈ, ਲੈਟ ਇਟ ਬੀ dr। P ਪੁਆਇੰਟ ਤੇ ਅਸੀਂ ਚੱਕ ਕੇ ਲੈ ਕੇ ਆਉਣਾ ਇਹਨੂੰ ਤੇ P ਪੁਆਇੰਟ ਦਾ ਹੀ ਅਸੀਂ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਫਾਈਂਡ ਕਰਨਾ। ਤਾਂ ਲੈਟ ਕਰ ਲਈਏ ਸੋਰਸ ਚਾਰਜ ਤੋਂ ਲੈ ਕੇ P ਪੁਆਇੰਟ ਦਾ ਡਿਸਟੈਂਸ ਜੋ ਹੈ ਉਹ R। ਹੁਣ
करना कुछ भी नहीं गा, W इज इक्वल टू एफ डॉट एस नूं याद रखना। पहला तो ये वास्ते डी डबल्यू कढ़ांगे, सो डी डबल्यू फॉर स्मॉल अमाउंट ऑफ डिस्टेंस विच दिस चार्ज हैड टू बी मूवड बाय एक्सटर्नल फोर्स इन दी रिपल्सिव फोर्स ऑफ सोर्स चार्ज, किहदे बराबर होएगा जी, एफ डॉट डी आर, क्योंकि डी आर डिस्टेंस मूव किया। हुण फोर्स किहदी लग रही है, विरोधी फोर्स लग रही है यदी, असी एफ नूं की लिखांगे क्यू इंटू ई डॉट डी आर, क्योंकि फोर्स ड्यू टू कूलम्स ला किहदे बराबर हुंदी आ, क्यू इंटू ई। हुण मैं क्यू नूं लै आउणा जी इधरले पासे, तो ये मेरा बन गया डी डबल्यू अपॉन क्यू बराबर रह गया मेरे कोले ई डॉट डी आर। ये स्मॉल अमाउंट ऑफ वर्क डन आपां कढ़ना किन्ना, टोटल कढ़ना, इस करके टोटल वर्क डन आ जिहड़ा, टोटल वर्क डन पर यूनिट टेस्ट चार्ज इक्वल टू इंटैग्रल ऑफ डी डबल्यू ओवर क्यू। सो यदा असीं इंटैग्रल करता, कित्थों तो कित्थे तक लैके आए हैं, इनफिनिटी तो लैके पी तक। सो इनफिनिटी तो लैके पी का डिस्टेंस कितना, आर। लो जी, ये वैल्यू पुट कर दीए, डी डबल्यू बटे क्यू की वैल्यू है ई डॉट डी आर। सो ये बराबर साढ़े को आ गया इनफिनिटी टू आर ई डॉट डी आर। हुण इहनूं असीं सॉल्व करिए, साडा ए डॉट बी बन गया, इहनूं असीं वैक्टर जिहड़े साडे लॉ हैगे आ उहदे हिसाब नाल लिख लीए, डबल्यू ओवर क्यू आ जिहड़ा वो बराबर आ गया इनफिनिटी टू आर ई दी डायरैक्शन, ई दी डायरैक्शन ਇਹਦਾ इलैक्ट्रिक फील्ड आ, ई दी डायरैक्शन साडी हमेशा इधर नूं रहेगी, तो इस करके डी आर इधर नूं आ, 180 का एंगल आ, तो यह माइनस ई डी आर के बराबर हो जाएगा। ਇਹਨੂੰ ਕਦੇ ਕਦੇ ਲਾਈਨ ਇੰਟੈਗਰਲ ਆਫ ਇਲੈਕਟ੍ਰਿਕ ਫੀਲਡ ਵੀ ਕਹਿ ਦਿੰਦੇ ਆ। ਸੋ ਜੇਕਰ ਤੁਹਾਨੂੰ ਪੇਪਰ 'ਚ ਇਹ ਆਵੇ ਵੀ ਫਾਈਂਡ ਦੀ ਲਾਈਨ ਇੰਟੈਗਰਲ ਆਫ ਇਲੈਕਟ੍ਰਿਕ ਫੀਲਡ, ਤਾਂ ਉਦੋਂ ਤੁਸੀਂ ਈ ਡਾਟ ਡੀ ਆਰ ਹੀ ਫਾਈਂਡ ਕਰਨਾ ਹੈ ਐਸੇ ਤਰੀਕੇ ਦੇ ਨਾਲ। ਲਓ ਜੀ, ਇਲੈਕਟ੍ਰਿਕ ਫੀਲਡ ਦੀ ਵੈਲਿਊ ਪੁੱਟ ਕਰ ਦਈਏ, ਇਸ ਚਾਰਜ ਦਾ ਇਲੈਕਟ੍ਰਿਕ ਫੀਲਡ ਇੱਥੇ ਕਿੰਨਾ ਹੋਏਗਾ, 1/4 ਪਾਈ ਐਪਸਾਈਲਨ ਨੋਟ क्यू अपॉन आर स्केयर, ਇਹਦਾ ਇਲੈਕਟ੍ਰਿਕ ਫੀਲਡ ਹੋਏਗਾ, ਨਾਲ ਸਾਡੇ ਕੋਲ ਕੀ ਆ, ਡੀ ਆਰ। ਇੱਥੇ ਮੈਂ ਆਰ ਕੈਪ ਲਿਖ ਦਿੰਦਾ ਨਾਲ, ਤਾਂ ਕਿ ਮੈਨੂੰ ਪਤਾ ਲੱਗ ਜੇ ਵੀ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਇੱਧਰਲੇ ਪਾਸੇ ਨੂੰ ਆ, ਤੇ ਵਿਚ ਇਜ਼ ਅਗੇਂਸਟ ਦੀ ਐਕਸਟਰਨਲ ਫੋਰਸ। ਸੋ ਨਾਓ ਦਿਸ ਵਿਲ ਬੀ ਇਕੁਅਲ ਟੂ, मैं कॉन्स्टेंट्स बाहर लै आना जी, कैपिटल क्यू मेरा बाहर आ जाएगा, अंदरले पासे 4 पाई एप्साइलन नॉट, अंदर रह गया जी 1/r स्केयर इंटैग्रल इनफिनिटी टू आर कैप डी आर। नाउ माइनस क्यू 4 पाई एप्साइलन नॉट, इंटैग्रल सॉल्व करिए, आर नूं लिख सकदा मैं आर रेज टू पावर -2 आर कैप डी आर। हुण इहदा इंटैग्रल माइनस क्यू बाय 4 पाई एप्साइलन नॉट आर रेज टू पावर -2 + 1 ओवर -2 + 1, कित्थों तो लैके इनफिनिटी टू आर। इहनूं हुण सॉल्व करिए। सो मेरे को आया की आ, W/Q वर्क डन पर यूनिट चार्ज। सो W/Q इज इक्वल टू माइनस कैपिटल Q अपॉन 4 पाई एप्साइलन नॉट, इनसाइड विद इन दी ब्रैकेट्स आई हैव, थल्ले वाले पासे -2 + 1 -1 बन गया, उन्होंने मैं मूहरे लिख लेना माइनस नूं, आर दी पावर कितनी बन गई -1 इनफिनिटी टू आर। लो जी, माइनस क्यू अपॉन 4 पाई एप्साइलन नॉट, इनू पहला लिख लीए -1/r,
आर -1 ਨੂੰ -1/r अगली टर्म ਦੇ ਵਿੱਚ ਇਹਦੀਆਂ ਲਿਮਟਾਂ ਪੁੱਟ ਕਰੀਏ -q/4πε0 अपर लिमिट भरांगे -1/r माइनस लोअर लिमिट भरांगे -1/∞ सो -q/4πε0 अंदरले पासे -1/r माइनस माइनस प्लस हो गए +1/∞ इज़ 0 सो अगेन q/4πε0 विद नेगेटिव साइन अंदरले पासे रह गया जी -1/r सो सॉल्व कर दिए माइनस माइनस साढ़े कैंसल हो जाएंगे सो q/4πε0 r this will be my work done per unit test charge and we have defined it according to definition V at P potential electric potential at point P ਹੁਣ ਇੱਕ ਗੱਲ ਦਾ ਧਿਆਨ ਰੱਖੀਏ ਅਸੀਂ ਚਾਰਜ ਨੂੰ ਕਿਹੜੇ ਰਸਤੇ ਤੋਂ ਲੈ ਕੇ ਆਉਨੇ ਆ ਇਟ ਡਜ਼ਨਟ ਮੈਟਰ ਇਨਫਿਨਿਟੀ ਤੋਂ ਲੈ ਕੇ ਪੀ ਪੁਆਇੰਟ ਤੱਕ ਆਉਣ ਦੇ ਲਈ ਜਿਹੜਾ ਸਾਡਾ ਰਿਜ਼ਲਟ ਆਇਆ ਉਹਦੇ ਵਿੱਚ ਸਿਰਫ ਆਰ ਮੈਂਸ਼ਨਡ ਆ ਤੇ ਇਨਫਿਨਿਟੀ ਮੈਂਸ਼ਨ ਸੀਗੀ ਮਤਲਬ ਸਿਰਫ ਸਟਾਰਟਿੰਗ ਪੁਆਇੰਟ ਤੇ ਐਂਡ ਪੁਆਇੰਟ ਇਨਫਿਨਿਟੀ ਤੋਂ ਐਦਾਂ ਘੁਮਾ ਕੇ ਪੀ ਤੇ ਲੈ ਆਈਏ ਭਾਵੇਂ ਇਨਫਿਨਿਟੀ ਤੋਂ ਇੱਧਰਲੇ ਪਾਸੇ ਦੀ ਲੈ ਆਈਏ ਭਾਵੇਂ ਸਿੱਧਾ ਲੈ ਆਈਏ ਇਟ ਡਜ਼ਨਟ ਮੇਕ ਐਨੀ ਡਿਫਰੈਂਸ ਸੋ ਇਲੈਕਟ੍ਰਿਕ ਪੋਟੈਂਸ਼ੀਅਲ ਡਿਪੈਂਡਸ ਓਨਲੀ ਔਨ ਐਂਡ ਪੁਆਇੰਟਸ ਇੱਥੋਂ ਗੱਲ ਇਹ ਵੀ ਸਿੱਧ ਹੋ ਗਈ ਵੀ ਇਲੈਕਟ੍ਰਿਕ ਪੋਟੈਂਸ਼ੀਅਲ ਡਿਫਰੈਂਸ ਬਿਟਵੀਨ ਟੂ ਪੁਆਇੰਟਸ ਇਜ਼ ਇੰਡੀਪੈਂਡੈਂਟ ਆਫ ਦੀ ਪਾਥ along with the test charges taken to the observation point ਸੋ ਇਹ ਸੀਗਾ ਸਾਡੇ ਕੋਲੇ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਦਾ ਫਾਰਮੂਲਾ ਅਸੀਂ ਡਰਾਈਵ ਕੀਤਾ ਇੱਕ ਗੱਲ ਜ਼ਰੂਰੀ ਧਿਆਨ ਨਾਲ ਦੇਖ ਲਿਓ ਜਿਹੜੇ ਅਸੀਂ ਹੁਣ ਤੱਕ ਕਰ ਛੱਡੇ ਆ ਚੀਜ਼ਾਂ ਸਭ ਤੋਂ ਪਹਿਲਾਂ ਅਸੀਂ ਕੂਲਮਜ਼ ਲਾ ਕੀਤਾ ਉਹਦੇ ਵਿੱਚ ਆਇਆ ਸੀ 1/4πε0 q1 q2/r²। ਉਦੋਂ ਬਾਅਦ ਅਸੀਂ ਕੀਤਾ ਇਲੈਕਟ੍ਰਿਕ ਫੀਲਡ ਇਹ ਕੀਤਾ 1/4πε0 q/r²। ਇੱਥੇ ਇੱਕ q ਖਤਮ ਹੋ ਗਿਆ ਧਿਆਨ ਰੱਖਿਓ। ਤੀਜਾ ਅਸੀਂ ਕੀਤੀ એનર્ਜੀ 1/4πε0 r ਦੋਨੇ ਚਾਰਜ ਬਟੇ r ਸੋ ਤਿੰਨਾਂ ਨੂੰ ਥੋੜਾ ਜਿਹਾ ਆ ਤਾਂ ਇੱਕੋ ਜਿਹੀ ਹੈ ਸਾਰਿਆਂ 'ਚ ਪਹਿਲੇ 'ਚ 2 ਚਾਰਜ ਦੂਜੇ 'ਚ 1 ਚਾਰਜ ਫਿਰ 2 ਚਾਰਜ ਬਟੇ 1 r ਦੀ ਵੈਲਿਊ ਘਟਾਤੀ। ਲਾਸਟ ਥਿੰਗ ਇਜ਼ ਇਲੈਕਟ੍ਰਿਕ ਪੋਟੈਂਸ਼ੀਅਲ 1/4πε0 q/r ਸੋ ਇੱਕ ਚਾਰਜ ਜਿੰਨਾ ਡਿਸਟੈਂਸ ਜਿਹੜਾ ਚਾਰਜ ਸਾਡਾ ਸੋਰਸ ਤੇ ਆ ਅਸੀਂ ਉਹ ਲਿਖਣਾ। ਸੋ ਇਹ ਮੈਂ ਤੁਹਾਨੂੰ ਜਨਰਲ ਦੱਸ ਰਿਹਾ ਔਰ ਜਿਹੜਾ ਫਾਰਮੂਲਾ ਅਸੀਂ ਦੇਖਿਆ ਦੇਖੋ ਪੋਟੈਂਸ਼ੀਅਲ ਐਟ ਏ ਪੁਆਇੰਟ ਕੱਢਣਾ ਹੈ ਕਿੱਥੇ ਪੀ ਪੁਆਇੰਟ ਤੇ ਇੱਥੇ ਪੋਟੈਂਸ਼ੀਅਲ ਕੱਢਣਾ ਸੀ ਤਾਂ ਕੀ ਚੀਜ਼ ਦੀ ਕਿਹੜੀਆਂ ਚੀਜ਼ਾਂ ਦੀ ਲੋੜ ਆ ਚਾਰਜ ਦਾ ਮੈਗਨੀਟਿਊਡ ਕਿੰਨਾ ਐਂਡ ਪੁਆਇੰਟ ਕਿੰਨੀ ਦੂਰ ਆ। ਇਹਨਾਂ ਚੀਜ਼ਾਂ ਦੇ ਵਿੱਚ ਫੋਰਸ ਤੇ ਇਲੈਕਟ੍ਰਿਕ ਫੀਲਡ ਡਾਇਰੈਕਸ਼ਨ ਹੈਗੀ ਆ ਇਹ ਦੋਨੇ ਵੈਕਟਰ ਕੁਆਂਟੀਜ਼ ਨੇ ਇਸ ਲਈ ਇੱਥੇ ਸਾਨੂੰ ਆਰ ਕੈਪ ਲਾਉਣਾ ਪਊਗਾ ਬਟ એનર્ਜੀ ਐਂਡ ਇਲੈਕਟ੍ਰਿਕ ਪੋਟੈਂਸ਼ੀਅਲ these two things are scalar quantities ਸੋ ਇਹਨਾਂ ਦੀ ਡਾਇਰੈਕਸ਼ਨ ਨਹੀਂ ਹੈਗੀ। ਜੇਕਰ ਪੋਟੈਂਸ਼ੀਅਲ ਕੱਢਣਾ ਹੋਵੇ ਦੇ ਚਾਰਜ ਪੋਜ਼ਿਟਿਵ ਦਾ ਪੋਟੈਂਸ਼ੀਅਲ ਆ ਜੇ ਚਾਰਜ q > 0 ਆ ਤਾਂ ਇੱਥੇ ਪਲੱਸ ਆਊਗਾ ਜੇ ਲੈਸ ਦੈਨ 0 ਆ ਨੈਗੇਟਿਵ ਚਾਰਜ ਆ ਤਾਂ ਇੱਥੇ ਮਾਈਨਸ ਦਾ ਸਾਈਨ ਆਊਗਾ। ਪਰ ਇੱਥੇ ਅਸੀਂ ਕੀ ਕਰਦੇ ਸੀ ਇੱਥੇ ਅਸੀਂ ਸਿਰਫ ਡਾਇਰੈਕਸ਼ਨ ਦੇਖਦੇ ਸੀ ਇੱਥੇ ਮੈਗਨੀਟਿਊਡ ਆਫ ਦੀ ਟੂ ਚਾਰਜਸ ਲਿਖਦੇ ਸੀ ਇੱਥੇ ਵੀ ਮੈਗਨੀਟਿਊਡ ਆਫ ਇੱਥੇ ਸੀ ਸਾਈਨ ਨਹੀਂ ਲੈਂਦੇ ਪਰ એનર્ਜੀ ਦੇ ਵਿੱਚ ਤੇ ਪੋਟੈਂਸ਼ੀਅਲ ਦੇ ਵਿੱਚ ਵੀ ਹੈਵ ਟੂ ਕੀਪ ਇਨ ਮਾਈਂਡ the sign of the charge as well. So because this is the work done and work done is a scalar quantity, energy is a scalar quantity, electric potential is a scalar quantity। ਹੁਣ ਆ ਜੀ ਇਹਦੀਆਂ ਯੂਨਿਟਸ ਤੇ ਇਲੈਕਟ੍ਰਿਕ ਪੋਟੈਂਸ਼ੀਅਲ ਸਾਡੇ ਕੋਲ ਹੈ W/Q W work done ਤੇ એનર્ਜੀ ਦੇ ਸੇਮ ਯੂਨਿਟ ਨੇ joule per coulomb। So the units will be joule per coulomb।
ਅਗਲੇ ਚੈਪਟਰ ਦੇ ਵਿੱਚ ਜਾ ਕੇ ਪੜਾਂਗੇ ਆਪਾਂ ਵੀ ਇਲੈਕਟ੍ਰਿਕ ਪੋਟੈਂਸ਼ੀਅਲ ਦੇ ਜੋ ਯੂਨਿਟ ਹੁੰਦੇ ਨੇ ਉਹ ਵੋਲਟ ਦੇ ਵਿੱਚ ਵੀ ਅਸੀਂ ਇਹਨੂੰ ਲਿਖ ਦਿੰਦੇ ਆ। ਸੋ ਉਹ ਆਪਾਂ ਕਰੰਟ ਇਲੈਕਟ੍ਰਿਸਿਟੀ ਦੇ ਵਿੱਚ ਜਾ ਕੇ ਇਹਦਾ ਯੂਨਿਟ ਪੜਾਂਗੇ। ਸੋ ਹੁਣ ਤੁਸੀਂ ਇਹ ਯਾਦ ਰੱਖਣਾ ਵੀ ਜਾਊਲ ਪਰ ਕੂਲਮ। ਕਮਿੰਗ ਟੂ ਦੀ ਡਿਮੈਂਸ਼ਨਲ ਫਾਰਮੂਲਾ। ਡਿਮੈਂਸ਼ਨਲ ਫਾਰਮੂਲਾ ਲਿਖਣ ਲਈ ਕੋਈ ਔਖਾ ਨਹੀਂ ਹੈ। ਵਰਕ ਡਨ ਦਾ ਡਿਮੈਂਸ਼ਨਲ ਫਾਰਮੂਲਾ ਤੁਹਾਨੂੰ ਪਤਾ ਹੋਣਾ ਚਾਹੀਦਾ, ਮੈਂ ਇੱਥੇ ਲਿਖ ਦਿੰਦਾ। ਸੋ ਵਰਕ ਡਨ ਦਾ ਡਿਮੈਂਸ਼ਨਲ ਫਾਰਮੂਲਾ ਕਿਹਦੇ ਬਰਾਬਰ ਹੋਏਗਾ ਜੀ? ਫੋਰਸ ਦਾ ਤੁਹਾਨੂੰ ਯਾਦ ਆ MLT-2 ਤੇ ਨਾਲ ਡਿਸਟੈਂਸ ਹੈ, ਆਹ ਬਣ ਗਿਆ ਸਾਡਾ ਵਰਕ, ਤੇ ਓਵਰ ਚਾਰਜ ਨੂੰ ਅਸੀਂ ਕੀ ਲਿਖਦੇ ਆ? ਕਰੰਟ ਇਨਟੂ ਟਾਈਮ। ਸੋ ਕਰੰਟ ਦਾ ਡਿਮੈਂਸ਼ਨਲ ਫਾਰਮੂਲਾ A/T। ਸੋ ਇਹਨੂੰ ਸੋਲਵ ਕਰ ਲਓ, ਇਹ ਬਣ ਗਿਆ ਤੁਹਾਡੇ ਕੋਲੇ ML² T ਉੱਪਰ ਜਾ ਕੇ -3 ਹੋ ਗਿਆ ਇੰਟੂ A-1। ਸੋ ਦਿਸ ਵਿਲ ਬੀ ਯੂਅਰ ਡਿਮੈਂਸ਼ਨਲ ਫਾਰਮੂਲਾ ਆਫ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ। ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਡਿਫਰੈਂਸ ਦਾ ਵੀ ਇਹੀ ਹੋਏਗਾ। ਸੋ ਇਸ ਤਰੀਕੇ ਨਾਲ ਯਾਦ ਰੱਖਣਾ ਹੈ ਵੀ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਕੀ ਆ? ਇਟ ਇਜ਼ ਦੀ ਵਰਕ ਡਨ ਪਰ ਯੂਨਿਟ ਟੈਸਟ ਚਾਰਜ। ਵਰਕ ਡਨ in bringing a unit positive test charge from infinity to that point in the presence of a source charge but without acceleration. So this is all about electrostatic potential. We will meet again in next lecture. Stay tuned. Thank you.